ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਤੋਂ ਚੈਪਟਰ 8 ਸ਼ੁਰੂ ਕੀਤਾ ਹੋਇਆ ਹੈ। ਉਹ ਚੈਪਟਰ 8 ਦਾ ਲਾਸਟ ਲੈਕਚਰ। ਵੈਸੇ ਚੈਪਟਰ 8 ਦੇ ਵਿੱਚ ਇੱਕੋ ਐਕਸਰਸਾਈਜ਼ ਹੈਗੀ ਹੈ, ਉਹਦੇ ਉੱਪਰ ਪੇਸਟ ਆਪਾਂ ਨੂਮੈਰੀਕਲ ਕੀਤੇ ਨੇ ਜੀ। ਪਹਿਲਾਂ ਲੈਕਚਰ ਲਾ ਚੁੱਕੇ ਹਾਂ ਆਪਾਂ। ਜੋ ਅੱਜ ਦਾ ਲੈਕਚਰ ਲਾਉਣਾ ਹੈ, ਜੋ ਪਿਛਲੇ ਲੈਕਚਰ ਵਿੱਚ ਕੰਸੈਪਟ ਸਮਝਾਇਆ ਸੀਗਾ ਜੀ ਕਿ ਪੂਰੇ ਸਿਸਟਮ ਦਾ ਇਕੁਇਲਿਬਰੀਅਮ ਆਪਾਂ ਅੱਧਾ ਕਰਕੇ ਵੀ ਦੇਖ ਸਕਦੇ ਹੈਗੇ। ਉਹਦੇ ਉੱਪਰ ਬੇਸ ਨੂਮੈਰੀਕਲ ਥੋੜੇ ਹੋਰ ਕਰਵਾਉਣੇ ਤਾਂ ਜੋ ਤੁਹਾਨੂੰ ਕੰਸੈਪਟ ਹੋਰ ਕਲੀਅਰ ਹੋ ਜਾਏ। ਬਾਕੀ ਜਿੰਨਾ ਚਿਰ ਵੀ ਘਰੇ ਆਪ ਪ੍ਰੈਕਟਿਸ ਨਹੀਂ ਕਰੋਗੇ, ਲੈਕਚਰ ਚਾਹੇ ਸੁਣੀ ਜਾਓ ਜੀ, ਕੋਈ ਖਾਸ ਫਾਇਦਾ ਨਹੀਂ ਹੋਣਾ ਉਹਦਾ। ਜੇ ਆਪ ਟਰਾਈ ਕਰੋਗੇ ਤੁਹਾਨੂੰ ਆਪ ਪ੍ਰੋਬਲਮਸ ਆਉਣਗੀਆਂ, ਤੁਹਾਡੇ ਡਾਊਟ ਆਉਣਗੇ। ਜੇ ਉਹ ਡਾਊਟ ਤੁਹਾਡੇ ਕਲੀਅਰ ਹੋਣਗੇ ਤਾਂ ਪ੍ਰੋਪਰ ਸਮਝ ਆਊਗਾ। ਅਦਰਵਾਈਜ਼ ਜਿੰਨਾ ਕੰਮ ਕਲਾਸ 'ਚ ਕਰਵਾਇਆ ਉਤਾਰ ਹੀ ਜਾਓਗੇ, ਕੋਈ ਫਾਇਦਾ ਨਹੀਂ ਹੈਗਾ ਉਸ ਚੀਜ਼ ਦਾ। ਉਹਨਾਂ ਪ੍ਰੋਪਰ ਜ਼ਿਆਦਾ ਫਾਇਦਾ ਨਹੀਂ ਹੋਣਾ ਜਿੰਨਾ ਤੱਕ ਤੁਸੀਂ ਆਪਣਾ ਘਰੇ ਕੰਮ ਖੁਦ ਆਪ ਹੋਮਵਰਕ ਨਹੀਂ ਕਰਦੇ। ਸੋ ਦੇਖੋ, ਇਹ ਨੂਮੈਰੀਕਲ ਕਰਨਾ, ਮੈਂ ਸਟੇਟਮੈਂਟ ਪੜ੍ਹ ਰਿਹਾ, ਇਹ ਪੇਪਰ 'ਚ ਆਇਆ ਹੋਇਆ ਜੀ ਨੂਮੈਰੀਕਲ। A weight W is attached to an endless string of length L which hangs over two smooth pegs distance C apart on a horizontal line. Prove pressure on each peg is W under root L minus C upon 2 root brackets L minus 2C। जो भी है वो प्रूव करांगे ਆਪਾਂ। ਇਹ ਡਾਇਗਰਾਮ ਕੀ ਹੈ ਕਿ ਐਂਡਲੈਸ ਸਟ੍ਰਿੰਗ। ਹੁਣ ਐਂਡਲੈਸ ਸਟ੍ਰਿੰਗ ਕੀ ਹੋਗੀ ਤੁਸੀਂ ਆਪ ਦੇਖ ਸਕਦੇ ਹੋ। ਕਿਹਦਾ ਐਂਡ ਨਹੀਂ ਹੁੰਦਾ, ਸਰਕਲ ਦਾ। ਮਤਲਬ ਜੋ ਸਟ੍ਰਿੰਗ ਹੈ ਉਹ ਸਰਕੂਲਰ ਫਾਰਮ ਦੇ ਵਿੱਚ, ਇਹਦਾ ਕੋਈ ਐਂਡ ਨਹੀਂ ਹੈ। ਲੈਂਥ ਤਾਂ ਹੈਗੀ ਹੈ, ਲੈਂਥ ਕੋਈ ਨਾ ਕੋਈ ਲੈਂਥ ਤਾਂ ਵੀ ਹੋਊਗੀ। ਮਤਲਬ ਜਿਹਦਾ ਇਨੀਸ਼ੀਅਲ ਪੁਆਇੰਟ ਤੇ ਫਾਈਨਲ ਪੁਆਇੰਟ ਸੇਮ ਹੋਵੇ ਉਹਨੂੰ ਐਂਡਲੈਸ ਕਹਾਂਗੇ ਆਪਾਂ। ਇਹ ਜ਼ਰੂਰੀ ਨਹੀਂ ਕਿ ਸਰਕਲ ਸ਼ੇਪ ਬਣੇਗੀ, ਜਿਵੇਂ ਆਹ ਸ਼ੇਪ 'ਚ ਪਈ ਆ ਸਟ੍ਰਿੰਗ, ਟ੍ਰਾਇੰਗਲ ਸ਼ੇਪ 'ਚ ਪਈ ਆ ਸਟ੍ਰਿੰਗ, ਬੰਨੀ ਗਈ ਆ ਆਪਾਂ ਨੇ, ਇਹਦਾ ਕੋਈ ਐਂਡ ਨਹੀਂ ਹੈ। ਲੈਂਥ ਤਾਂ ਹੈਗੀ, ਇਹਦੀ ਲੈਂਥ ਕਿੰਨੀ ਹੈ ਓਵਰਆਲ ਇਹ ਮਾਪ ਸਕਦੇ ਹਾਂ ਆਪਾਂ, ਲੈਂਥ ਕਿੰਨੀ ਹੋਊਗੀ, ਪਰ ਇਹਦਾ ਸਿਰਾ ਕੋਈ ਨਹੀਂ ਹੈਗਾ, ਐਂਡ ਕੋਈ ਨਹੀਂ ਹੈਗਾ। ਸਟ੍ਰਿੰਗ ਇੱਕੋ ਹੀ ਆ, ਮਤਲਬ ਕਹਿਣ ਦੀ ਗੱਲ ਇਹ ਹੈ। ਦਿੱਤਾ ਕੀ ਹੋਇਆ ਉਹਨਾਂ ਨੇ, ਇੱਕ ਵੇਟ ਅਟੈਚ ਕੀਤਾ ਹੋਇਆ। ਚਲੋ ਇਹਦੇ ਉੱਪਰ ਵੇਟ ਲਾਇਆ ਹੋਇਆ, ਵੇਟ ਕਿਵੇਂ ਲਗਾਇਆ ਹੋਇਆ ਉਹ ਦੇਖਦੇ ਹਾਂ ਆਪਾਂ। ਅੱਗੇ ਦਿੱਤਾ ਹੋਇਆ ਉਹਨਾਂ ਨੇ ਵਿਚ ਹੈਂਗਸ ਓਵਰ ਟੂ ਸਮੂਥ ਹੋਈ ਗੱਲ ਹੋ ਗਈ, ਫ੍ਰਿਕਸ਼ਨ ਨਹੀਂ ਹੈਗੀ ਇਹ 'ਚ। ਫ੍ਰਿਕਸ਼ਨ ਦਾ ਕੰਸੈਪਟ ਨੈਕਸਟ ਚੈਪਟਰ ਵਿੱਚ ਆ ਰਿਹਾ ਜੀ, ਆਪਾਂ ਸਮਝਾ ਦੂਗਾ। ਸਮੂਥ ਪੈਗਸ ਲਾ ਲਓ ਇੱਕ ਹਿਸਾਬ ਨਾਲ, ਜਿਵੇਂ ਆਪਾਂ ਕੰਧ ਦੇ ਮੇਖ ਗੱਡ ਦਿੰਦੇ ਹਾਂ, ਮੇਖ ਜਾਂ ਪੇਜ ਲਾਣੇ ਕੋਈ ਫੋਟੋ ਟੰਗਣ ਵਾਸਤੇ, ਕੋਈ ਫੋਟੋ ਟੰਗਣੀ ਹੈ ਆਪਾਂ, ਕੁਛ ਵੀ ਲਾਤਾ ਮੰਨ ਲਓ ਇੱਥੇ ਇੱਕੋ ਹੋਰੀਜ਼ੌਂਟਲ ਲਾਈਨ ਦੇ ਵਿੱਚ ਫੋਟੋ ਟੰਗਣ ਵਾਸਤੇ ਜਾਂ ਪੇਜ ਲਾਤਾ, ਚਾਹੇ ਗਿੱਟੀ ਲਾਤੀ, ਜਿਸ ਤਰ੍ਹਾਂ ਮਰਜ਼ੀ ਗੱਲ ਹੋਈ, ਉਹ ਪੈਗ ਹੋ ਗਿਆ। ਆਹ ਦੋਨੇ ਪੈਗ ਸੇਮ ਹੋਰੀਜ਼ੌਂਟਲ ਲਾਈਨ ਦੇ ਵਿੱਚ ਨੇ, ਇੱਕੋ ਲਾਈਨ ਦੇ ਵਿੱਚ, ਹੋਰੀਜ਼ੌਂਟਲ ਲਾਈਨ ਦੇ ਵਿੱਚ। ਇੱਥੋਂ ਧਾਗਾ ਇੱਕੋ ਧਾਗਾ ਜੀ, ਇਹ ਧਾਗਾ ਇੱਕੋ, ਇੱਥੇ ਵੇਟ ਲਮਕਾਇਆ ਹੈ। ਇਹ ਤੁਹਾਨੂੰ ਲੱਗ ਰਿਹਾ ਹੋਊਗਾ ਪਤਾ, ਬਾਈ ਸਿਮੈਟਰੀ ਦੇਖ ਕੇ ਲੱਗ ਰਿਹਾ ਹੋਊਗਾ। ਵੇਟ ਜੋ ਲਮਕਾਇਆ ਹੈ, ਵੇਟ ਆਟੋਮੈਟਿਕਲੀ ਸੈਂਟਰ ਤੇ ਆਊਗਾ। ਇਹ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਆਪਾਂ, ਜੇ ਪਤਾ ਹੋਵੇ, ਜਿਹੜੇ ਬੱਚੇ ਪਹਿਲਾਂ ਪੜ੍ਹ ਰਹੇ ਹੈਗੇ, ਲੈਕਚਰ ਪੁਰਾਣੇ ਯਾਦ ਹੈਗੇ ਨੇ। ਇਹ ਜਿਹੜਾ ਹੈਗਾ ਆਪਣੇ ਕੋਲ ਇੱਥੇ ਵੇਟ ਬੰਨਿਆ ਨਹੀਂ ਹੋਇਆ ਹੈਗਾ, ਉਹਨੇ ਵਰਡ ਵੀ ਦਿੱਤਾ ਹੋਇਆ ਆਪਾਂ ਨੂੰ। ਹੈਂਗ ਮਤਲਬ ਲਮਕਾਇਆ ਹੈ। ਇਹ ਬੰਨਣ ਨਾਲ ਜਾਂ ਲਮਕਾਉਣ ਨਾਲ ਫਰਕ ਕੀ ਪੈਂਦਾ। ਜੇ ਤੁਸੀਂ ਇੱਥੇ ਬੰਨ ਦੋਗੇ, ਇਹਨੂੰ ਇੱਥੇ ਬੰਨਤਾ ਮੰਨ ਲਓ, ਫਿਰ ਇਹ ਦੋਨੇ ਸਟ੍ਰਿੰਗ, ਇਹ ਸਟ੍ਰਿੰਗ ਅਲੱਗ ਬਿਹੇਵ ਕਰੇਗੀ, ਇਹ ਸਟ੍ਰਿੰਗ ਅਲੱਗ ਬਿਹੇਵ ਕਰੇਗੀ। ਪਰ ਇਹ ਸਟ੍ਰਿੰਗ ਇੱਕੋ ਹੋਣ ਕਰਕੇ ਇੱਦਾਂ ਦਾ ਰਿੰਗ ਟਾਈਪ ਆ, ਰਿੰਗ ਆ ਮੰਨ ਲਓ, ਉਹ ਫਿਸਲ ਕੇ ਆਪੀ ਆਟੋਮੈਟਿਕਲੀ ਸੈਂਟਰ ਦੇ ਵਿੱਚ ਆ ਜਾਏਗੀ। ਜੇ ਵੇਟ ਆਪਾਂ ਇੱਥੇ ਬੰਨ ਕੇ ਵੇਟ ਛੱਡਾਂਗੇ, ਲਮਕਾਵਾਂਗੇ, ਤਾਂ ਇੱਥੋਂ ਆ ਕੇ ਨੀਚੇ ਆ ਜਾਊਗਾ। ਸੋ ਵੇਟ ਜਿਹੜਾ ਹੈਗਾ ਉਹ ਨੀਚੇ ਐਕਟ ਕਰਦਾ ਬਾਈ ਸਿਮੈਟਰੀ, ਇਹ ਦੇਖ ਸਕਦੇ ਹਾਂ ਆਪਾਂ। ਹੁਣ ਕੀ ਹੈਗਾ, ਇਹ ਵੇਟ ਕਰਕੇ ਇਹ ਓਵਰਆਲ ਲੈਂਥ ਪਹਿਲਾਂ ਦੇਖ ਲਈਏ ਗਿਵਨ ਕੀ ਆਪਾਂ। ਜਿਹੜੀ ਓਵਰਆਲ ਲੈਂਥ ਹੈਗੀ ਆ ਸਾਰੀ, ਜਿਵੇਂ ਇਹਨੂੰ A ਮੰਨ ਲਿਆ, ਇਹ B ਮੰਨ ਲਿਆ, ਇਹ C ਮੰਨ ਲਿਆ, ਮਤਲਬ ਲੈਂਥ ਆਫ ਸਟ੍ਰਿੰਗ ਜੋ ਹੈ ਉਹ L
ਇਹ ਪੂਰੀ ਸਟ੍ਰਿੰਗ ਦੀ ਲੈਂਥ ਜੋ ਹੈਗੀ ਉਹ L ਤੇ ਡਿਸਟੈਂਸ ਬਿਟਵੀਨ ਪੈਗ ਕਿੰਨਾ ਹੈਗਾ ਇਹ C ਹੈ। ਇਹ ਦਿੱਤਾ ਹੋਇਆ ਆਪਾਂ ਨੂੰ। ਉਹਨੇ ਪੁੱਛਿਆ ਹੈਗਾ ਕਿ ਦੋਨੇ ਪੈਗ ਤੇ ਜੋ ਪ੍ਰੈਸ਼ਰ ਹੋਊਗਾ ਉਹ ਇਹਦੇ ਬਰਾਬਰ ਸ਼ੋਅ ਕਰਨਾ ਆਪਾਂ ਨੂੰ। ਹੁਣ ਬਾਈ ਸਿਮੈਟਰੀ ਲੱਗ ਵੀ ਰਿਹਾ ਹੈਗਾ, ਸਿਮੈਟਰੀ ਆ ਕਿ ਦੋਨੇ ਪੈਗ ਤੇ ਇੱਕੋ ਜਿਹਾ ਭਾਰ ਪਊਗਾ W ਕਰਕੇ, ਦੋਨੇ ਪੈਗ ਤੇ ਇੱਕੋ ਜਿਹਾ ਭਾਰ ਪੈਣਾ। ਸਿਮੈਟਰੀ ਹੈ ਸੈਂਟਰ ਵਿੱਚ, ਸੈਂਟਰ 'ਚ ਇੱਧਰ ਹੁੰਦਾ ਵੇਟ ਤਾਂ ਇੱਧਰ ਭਾਰ ਜ਼ਿਆਦਾ ਪੈਣਾ ਸੀ, ਇੱਧਰ ਜੇ ਐਕਸ਼ਨ ਜ਼ਿਆਦਾ ਹੁੰਦਾ ਫਿਰ ਐਕਸ਼ਨ ਜ਼ਿਆਦਾ ਹੋਣਾ ਸੀਗਾ। ਪ੍ਰੈਸ਼ਰ ਕਹਿ ਸਕਦੇ ਹਾਂ ਭਾਰ, ਆਪਾਂ ਐਕਸ਼ਨ ਨੂੰ ਵੀ ਕਹਿ ਸਕਦੇ ਹਾਂ ਆਪਾਂ ਪ੍ਰੈਸ਼ਰ। ਐਕਸ਼ਨ ਮਤਲਬ ਕਿੰਨਾ ਭਾਰ ਪੈ ਰਿਹਾ, ਰਿਐਕਸ਼ਨ ਉਹਦਾ ਕਿੰਨਾ ਰਿਜ਼ਲਟ ਆ। ਐਕਸ਼ਨ ਤੋਂ ਬਾਅਦ ਐਕਸ਼ਨ ਦੇ ਰਿਐਕਸ਼ਨ ਬਰਾਬਰ ਹੁੰਦੇ ਨੇ। ਜਿਹੜਾ ਐਕਸ਼ਨ ਹੁੰਦਾ ਉਹਨੂੰ ਪ੍ਰੈਸ਼ਰ ਕਹਿੰਦੇ ਆ, ਪੈਨੇ ਕਿ ਇਹਦੇ ਉੱਪਰ ਕਿੰਨਾ ਪ੍ਰੈਸ਼ਰ ਪੈ ਰਿਹਾ, ਮਤਲਬ ਕਿੰਨਾ ਭਾਰ ਪੈ ਰਿਹਾ। ਹੁਣ ਸਿਮੈਟਰੀ ਲੱਗ ਰਿਹਾ ਆਪਾਂ ਨੂੰ ਕਿ ਦੋਨੇ ਪਾਸੇ ਜੋ ਪ੍ਰੈਸ਼ਰ ਹੋਊਗਾ ਬਰਾਬਰ ਹੋਊਗਾ। ਬਰਾਬਰ ਇਹਦਾ ਭਾਰ ਕਿੱਧਰਲੇ ਪਾਸੇ ਖਿੱਚ ਕਿਵੇਂ ਪਊਗੀ, ਦੇਖੋ ਧਿਆਨ ਨਾਲ। ਜਦੋਂ ਉਹੀ ਇਹ ਵਿਜ਼ੂਅਲਾਈਜ਼ ਕਰਨੇ ਪੈਣਗੇ, ਆਪਾਂ ਦਿਮਾਗ ਸੋਚਣੀ ਪੈਣੀ ਪਿਕਚਰ। ਜਦੋਂ ਇੱਥੇ ਭਾਰ ਪਊਗਾ ਤਾਂ ਆਹ ਰੋਡ ਸਟ੍ਰਿੰਗ ਵੀ ਖਿੱਚੀ ਜਾਊਗੀ, ਆਹ ਦੋਨੇ ਖਿੱਚੀ ਜਾਣਗੀਆਂ ਸਟ੍ਰਿੰਗਸ। ਦੋਨੇ ਕਿਉਂ ਖਿੱਚੀ ਜਾਣਗੀਆਂ, ਇਹ ਦੋਨੇ ਤਾਂ ਖਿੱਚੀਆਂ ਜਾਣਗੀਆਂ ਬਿਕੋਜ਼ ਸਟ੍ਰਿੰਗ ਇੱਕੋ ਹੀ ਆ, ਘੁਮਾ ਕੇ ਲਿਆਂਦੀ ਆ ਉੱਪਰ। ਜੋ ਇੱਧਰ ਨੀਚੋਂ ਖਿੱਚਾਂਗੇ ਇਹਦਾ ਖਿੱਚ ਪਊਗੀ ਇੱਧਰਲੇ ਪਾਸੇ, ਵੇਟ ਨੂੰ ਖਿੱਚੇਗਾ, ਵੇਟ ਆਹ ਸਟ੍ਰਿੰਗ ਵੀ ਖਿੱਚੇਗਾ। ਜੇ ਆਹ ਸਟ੍ਰਿੰਗ ਖਿੱਚੇਗਾ ਤਾਂ ਆਹ ਸਟ੍ਰਿੰਗ 'ਚ ਵੀ ਖਿੱਚ ਪੈਦਾ ਹੋਊਗੀ। ਜੇ ਖਿੱਚ ਪੈਦਾ ਹੋਏਗੀ ਜੀ ਤਾਂ ਆਹ ਦੋਨੇ ਖਿੱਚਣਗੇ ਇਹਨੂੰ, ਐਕਸ਼ਨ ਹੋ ਰਿਹਾ। ਉਸ ਹਿਸਾਬ ਨਾਲ ਫਿਰ ਕੀ ਹੋਊਗਾ, ਪੱਕਾ ਨਾਲ ਰਿਐਕਸ਼ਨ ਵੀ ਹੋਊਗਾ। ਰਿਐਕਸ਼ਨ ਪਤਾ ਨਹੀਂ ਕਿੰਨਾ ਹੋਊਗਾ, R1 ਲੈਣਾ ਤੇ ਉਹ ਐਂਗਲ ਬਣਾ ਰਿਹਾ, ਮੰਨ ਲਓ ਅਲਫਾ ਐਂਗਲ ਬਣਾ ਰਿਹਾ। ਬਾਏ ਸਿਮੈਟਰੀ ਜਿਵੇਂ ਆਹ ਕਿਹਾ ਕਿ ਆਹ ਦੋਨਾਂ ਖਿੱਚ ਪੈਦਾ ਹੋ ਰਹੀ ਹੈ, ਉਵੇਂ ਇਹਨਾਂ ਵਿੱਚ ਵੀ ਖਿੱਚ ਪੈਦਾ ਹੋ ਰਹੀ ਹੈ। ਜੇ ਇਹਨਾਂ ਵਿੱਚ ਖਿੱਚ ਪੈਦਾ ਹੋ ਰਹੀ ਹੈ ਤਾਂ ਇੱਧਰ ਵੀ ਰਿਐਕਸ਼ਨ ਹੋਊਗਾ। ਬਾਏ ਸਿਮੈਟਰੀ ਕਹਿ ਸਕਦੇ ਕਿ ਦੋਨੇ ਰਿਐਕਸ਼ਨਾਂ ਜੋ ਹੋਣਗੀਆਂ ਉਹ ਬਰਾਬਰ ਹੋਣਗੀਆਂ। ਇਹ ਪਿੱਛੇ ਕਰਦੇ ਆ ਰਹੇ ਹੈਗੇ, ਲਾਸਟ ਲੈਕਚਰ ਕੀਤਾ ਸੀ ਆਪਾਂ ਨੇ। ਐਂਗਲ ਵੀ ਸੇਮ ਬਣੇਗੀ, ਸਿਮੈਟਰੀ ਹੈ। ਹੋਰ ਕੀ ਹੋਊਗਾ ਇਹਦੇ ਵਿੱਚ, ਇਹਦੇ ਜਸਟ ਇੱਥੇ ਧਾਗੇ ਦੇ ਖਿੱਚ ਪਊਗੀ ਤਾਂ ਇਨਬਿਲਟ ਇੱਕ ਫੋਰਸ ਪੈਦਾ ਹੋਊਗੀ, ਟੈਂਸ਼ਨ ਉਲਟੇ ਪਾਸੇ। ਨੀਚੇ ਖਿੱਚ ਪੈਦਾ ਹੋ ਰਹੀ ਹੈ, ਟੈਂਸ਼ਨ ਉੱਪਰਲੇ ਪਾਸੇ ਹੋਊਗੀ। ਹੁਣ ਇਹ ਗੱਲ ਸਮਝਣੀ ਆ ਧਿਆਨ ਨਾਲ। ਜਿਹਨੇ ਪਿਛਲਾ ਲੈਕਚਰ ਧਿਆਨ ਨਾਲ ਸੁਣਿਆ ਹੈਗਾ, ਸਮਝਿਆ ਹੈਗਾ, ਉਹਨੂੰ ਸਮਝਾ ਦੇਗਾ ਪ੍ਰੋਪਰ ਜੀ। ਜਿਹਨੇ ਪਿਛਲਾ ਧਿਆਨ ਨਾਲ ਨਹੀਂ ਸੁਣਿਆ ਹੈਗਾ ਉਹਨੂੰ ਦੇਖੋ ਦੁਬਾਰਾ। ਇੱਧਰ ਜੇ ਇੱਥੇ ਬੰਨੀ ਹੋਈ ਆ ਤਾਂ ਖਿੱਚ ਇੱਧਰਲੇ ਪਾਸੇ ਹੀ ਪੈ ਰਹੀ ਹੈ। ਧਿਆਨ ਦਿਓ ਜੀ, ਸਮਝੋ ਧਿਆਨ ਨਾਲ। ਇਹ ਵੇਟ ਵਾਲੀ ਖਿੱਚ ਨੀਚੇ ਨੂੰ ਪੈ ਰਹੀ ਹੈ, ਟੈਂਸ਼ਨ ਬਿਲਡ ਫੋਰਸ ਉੱਪਰ ਆ ਗਈ। ਹੁਣ ਇਹ ਸਟ੍ਰਿੰਗ ਤੇ ਖਿੱਚ ਉੱਪਰਲੇ ਪਾਸੇ ਹੀ ਪੈ ਰਹੀ ਹੈ। ਉੱਪਰਲੇ ਪਾਸੇ ਦੀ ਖਿੱਚ ਕਿੱਦਾਂ ਪੈ ਰਹੀ, ਉੱਪਰ ਕਿਹੜਾ ਵੇਟ ਲਮਕਾਇਆ ਹੈ। ਧਿਆਨ ਦਿਓ ਜੀ, ਆਹ ਸਟ੍ਰਿੰਗ ਖਿੱਚੀ ਜਾ ਰਹੀ ਹੈ ਨੀਚੇ, ਆਹ ਸਟ੍ਰਿੰਗ ਨੂੰ ਕਿਉਂ ਖਿੱਚੀ ਜਾ ਰਹੀ ਹੈ, ਵੇਟ। ਜੇ ਆਹ ਖਿੱਚ ਪਾ ਰਹੀ ਹੈ ਤਾਂ ਆਹ ਵੀ ਖਿੱਚੀ ਜਾ ਰਹੀ ਹੈ, ਤਾਂ ਘੁਮਾਈ ਹੀ ਹੈ ਉੱਪਰੋਂ। ਜੇ ਆਹ ਖਿੱਚੀ ਜਾ ਰਹੀ ਹੈ ਤਾਂ ਆਹ ਵੀ ਖਿੱਚੀ ਜਾ ਰਹੀ ਹੈ। ਜੇ ਆਹ ਖਿੱਚੀ ਜਾ ਰਹੀ ਹੈ ਤਾਂ ਆਹ ਵੀ ਖਿੱਚ ਪੈ ਰਹੀ ਹੈ ਇੱਧਰਲੇ ਪਾਸੇ, ਇਹ ਉੱਪਰਲੇ ਪਾਸੇ ਵੀ ਖਿੱਚ ਪੈ ਰਹੀ ਹੈ ਇੱਧਰ। ਜੇ ਉੱਪਰਲੇ ਪਾਸੇ ਖਿੱਚ ਪੈ ਰਹੀ ਹੈਗੀ ਆ ਤਾਂ ਇਨਬਿਲਟ ਇੱਕ ਫੋਰਸ ਹੋਰ ਆਊਗੀ, ਟੈਂਸ਼ਨ। ਜਿੱਧਰ ਖਿੱਚ ਪਵੇ ਉਹ ਉਲਟੇ ਪਾਸੇ ਹੋਣੀ ਟੈਂਸ਼ਨ। ਸਟ੍ਰਿੰਗ ਸੇਮ ਆ ਸਾਰੀ, ਇਹ ਟੈਂਸ਼ਨ ਵੀ ਕੀ ਹੋਊਗੀ, ਪੱਕਾ T ਹੋਊਗੀ। ਹੁਣ ਇੱਧਰਲੇ ਪਾਸੇ ਦੇਖੀਏ ਆਪਾਂ, ਇੱਧਰ ਖਿੱਚ ਪੈ ਰਹੀ ਹੈ, ਟੈਂਸ਼ਨ ਪੁੱਠੇ ਪਾਸੇ ਹੋਊਗੀ। ਹੁਣ ਆਹ ਖਿੱਚ ਰਹੀ ਆ, ਇੱਧਰ ਖਿੱਚ ਪੈ ਰਹੀ ਹੈ ਪਿਛਲੇ ਪਾਸੇ, ਤਾਂ ਆਹ ਸਟ੍ਰਿੰਗ ਉੱਪਰ ਨੂੰ ਖਿੱਚ ਪੈ ਰਹੀ ਹੈ, ਤਾਂ ਇੱਕ ਉਲਟੇ ਪਾਸੇ ਹੋਰ ਟੈਂਸ਼ਨ ਹੋਊਗੀ। T ਟੈਂਸ਼ਨ ਸੇਮ ਤਾਂ ਲੈ ਰਿਹਾ, ਸਟ੍ਰਿੰਗ ਇੱਕੋ ਹੀ ਹੈ। ਹੁਣ ਇੱਧਰ ਦੇਖੋ, ਜਿਹੜੀ ਆਹ ਸਟ੍ਰਿੰਗ ਹੈਗੀ ਹੈ ਇਹ ਇੱਧਰਲੇ ਪਾਸੇ ਖਿੱਚ ਪੈ ਰਹੀ ਹੈ, ਇੱਧਰਲੇ ਪਾਸੇ ਖਿੱਚ ਕਿਉਂ ਪੈ ਰਹੀ ਹੈ, ਇਸ ਵੇਟ ਕਰਕੇ। ਇਹ ਵੇਟ ਇਹ ਸਟ੍ਰਿੰਗ ਨੀਚੇ ਖਿੱਚ ਰਿਹਾ ਤਾਂ ਇੱਧਰਲੇ ਪਾਸੇ ਖਿੱਚ ਪੈ ਰਹੀ ਹੈ। ਜੇ ਇੱਧਰਲੇ ਪਾਸੇ ਖਿੱਚ ਪੈ ਰਹੀ ਹੈ ਇੱਧਰਲੇ ਪਾਸੇ ਤਾਂ ਉਲਟੇ ਪਾਸੇ ਟੈਂਸ਼ਨ ਹੋ। ਹੁਣ ਆਹ ਦੇਖੋ ਜੀ, ਆਹ ਸਟ੍ਰਿੰਗ ਨੀਚੇ ਖਿੱਚ ਰਹੀ ਆ ਰਹੀ ਹੈ ਤਾਂ ਆਹ ਸਟ੍ਰਿੰਗ ਦੀ ਜਿਹੜੀ ਆਹ ਸਟ੍ਰਿੰਗ ਆ ਨੀਚੇ ਖਿੱਚ ਰਿਹਾ, ਆਹ ਵੇਟ ਇਹਨੂੰ। ਜੇ ਨੀਚੇ ਖਿੱਚ ਰਿਹਾ ਹੈਗਾ ਤਾਂ ਇੱਧਰਲੇ ਪਾਸੇ ਪਿਛਲੇ ਪਾਸੇ ਖਿੱਚ ਪੈ ਰਹੀ ਹੈ ਤਾਂ ਉਲਟੇ ਪਾਸੇ ਫੇਰ ਆਊਗਾ। T ਟੈਂਸ਼ਨ ਸੇਮ ਕਿਉਂ ਰੱਖ ਰਹੇ ਹੈਗੇ ਆਪਾਂ, ਬਿਕੋਜ਼ ਸਟ੍ਰਿੰਗ ਇੱਕੋ ਹੀ ਹੈ, ਟੈਂਸ਼ਨ ਸੇਮ ਰਹੂਗੀ। ਇਹ ਪਹਿਲਾਂ ਪੜਿਆ ਹੈ ਜੀ, ਇਹ ਬਣ ਗਿਆ ਓਵਰਆਲ। ਸਾਰੀਆਂ ਫੋਰਸਾਂ ਬਣਾਉਣੀਆਂ ਓਵਰਆਲ ਪਹਿਲਾਂ ਆਪਾਂ ਨੇ, ਫਿਰ ਇਹਦੇ ਵਿੱਚ ਆਪਾਂ ਹੁਣ XY ਦੀ ਗੱਲ ਕਰਦੇ ਹਾਂ, ਰਿਜ਼ੋਲਵ ਕਰਦੇ ਹਾਂ। ਇਹ ਕੀ ਹੋਊਗਾ ਜੀ, R1 sin alpha cos alpha, ਸੌਰੀ। ਇਹ ਕੀ ਹੋਊਗਾ, R1 sin alpha, ਜਿਹਨੂੰ XY ਮੰਨ ਲਈਏ, ਪਹਿਲਾਂ ਮੰਨਦੇ ਆ ਰਹੇ
उदी गल जो पिछे किया, चलो एक्स वाई बाद चो कढ़ लांगे, ये भी एक्स वाई सेम होंगे जी। देयरफॉर ध्यान दो अलॉन्ग एक्स एक्सिस कर रहे हैं आप, अलॉन्ग एक्स एक्सिस देखो जी, पहला गल किया पिछली बारी गल किया सी, एदा पूरे सिस्टम से कोई फर्क नहीं पैना, बिकॉज इक्वल एंड ऑपोजिट ने भी कैंसल होने, इक्वल ऑपोजिट ये भी कैंसल होने, ये भी कैंसल होने, ये लोड़ नहीं कितने होगी, इक्वल के ऑपोजिट ने फोर्सा कैंसल होनी। तो आप अलॉन्ग एक्स एक्सिस की आऊगा, दिस इक्वल टू दिस, बस दो ही फोर्सा ने। अलॉन्ग वाई एक्सिस की आऊगा अपने को, टोटल 2y, उपर फोर्स आ नीचे फोर्स केड़ी है W कली, ये बैलेंस करनी है आपस, ये आऊगा। तो ये तो कोई फायदा नहीं है, सेम चीज है, तो ये चो निकल जो कुछ y की अपने को R1 sin alpha, 2R1 sin alpha is equals to W, this implies R1 कितना आ गया W by 2 sin alpha, यही गल बन गई। रिएक्शन भी आप कटनी है, रिएक्शन एक्शन बराबर होगा, एक्शन की है प्रैशर, मतलब रिएक्शन कटांगे प्रैशर ऑटोमैटिक निकल जाएगा, एक बराबर होंगे दोनों। हुण इहदे विच प्रॉब्लम यह है, आंसर पूरा क्यों नहीं आया, क्योंकि आपने अल्फा नहीं है, अल्फा सपोज किया, लेंथ गिवन ने सारियां, पर लेंथ के अकॉर्डिंग आपने अल्फा की वैल्यू कटनी है, जो कटते हैं आप कितना होगा वो करते हैं। इस तो बाद जो रिएक्शंस हो गई सारियां, हुण इत्थों ध्यान दे विच होवे, इस तो बाद कितना आपने पूरे सिस्टम उपर ला के फोर्सां, उस तो बाद बाय सिमिट्री, यह पैग तो यह पैग की सिमिट्री है, तो आप की करते हैं, हुण कोई भी एक पैग देख लो, मैं पहले एक रॉड लाई सी ना ध्यान चो, जो लास्ट लैक्चर क्वेश्चन किए थे, फिर एक चीज लैके आप पूरा सॉल्व करना होंगे। हुण एक पैग लैके आ पैग ले लिया, हुण जो ये उपर फोर्सा लगणगियां कलियां वो फोर्सा देखोगे बस कलियां, आप दोनों च इक्विलिब्रियम, ये इक्विलिब्रियम आप अलग डिस्कस करांगे। नाउ कंसीडर द इक्विलिब्रियम ऑफ फोर्सेस एट ए, जो ए पे फोर्स लग रही है वो इक्विलिब्रियम ले रहे हैं, जो मैं डायग्राम पे थोड़ा दोबारा बना रहे हैं। ध्यान दिए, तो देखो जी लेंथ ऑफ स्ट्रिंग कितनी है L, आ लेंथ कितनी है X, बाय सिमिट्री लग भी रहा होगा जी, सिमिट्री है, आ डिस्टेंस X होगा, आ भी डिस्टेंस X सपोज कर सेम ही होंगे, इनू ए पॉइंट आ, ए बी पॉइंट आ, ए सी पॉइंट आ, तो इतों कितना होगा लेट कर लिया आपने, जो ए सी है वो X आ, देखो ध्यान, ये ओवरऑल लेंथ कितनी है स्ट्रिंग की L बराबर, मतलब x प्लस सी प्लस एक्स इक्वल टू L, x प्लस सी प्लस एक्स इक्वल टू L दिता है, इतों आ गया x इज इक्वल टू L माइनस सी बाय 2, आ लेंथ निकल गई L माइनस सी बाय 2, L माइनस सी बाय 2। हुण ध्यान दो, ये लोड पैनी है, पहला कर लिया, हुण कंसीडर करना आप इक्विलिब्रियम ऑफ फोर्स एट ए, ये ध्यान दे विच होवे, सिर्फ जो ए ते फोर्सा लग रही ने सिर्फ वो देखनी है, या ए करके जो फोर्सा आ रही ने वो देखना आप, ए करके एक तो टेंशन आई है इधर पासे, ए उपर फोर्स लग रही है, हम कहोगे आ फोर्स ए तेरे ए उपर लग रही है, ਜਿਹੜੀਆਂ ए ਦੇ ਨਾਲ ਲਿੰਕ ਨੇ फोर्सा वो लाउणी, एक आ फोर्स ए ਨਾਲ लिंक, एक आ फोर्स ए ਨਾਲ लिंक, ਇਹ फोर्स आप इतों देखी सी, करके देखी सी, आ फोर्स लैनी नहीं हैगी, आ फोर्स सी आप वेट करके देखी सी, वेट करके आ फोर्स टेंशन आई सी,
स्ट्रिंग करके आ पैग करके फोर्सां दो आईयां अपने को, जे दो फोर्सां आईयां अपने को तो जिन्नियां फोर्सां वो देखनियां आपां ने। ते जिहड़ा आ वाला एंगल हैगा इहनूं थीटा सपोज कर लो, ये पिछे प्रोड्यूस कर ली लाइन। सिर्फ आ सिस्टम देखना, ये डबल्यू की लोड़ नहीं हैगी आपां नूं। इत्थे हुण इत्थे एक्स वाई इक्वल कर रहे हैं आपां, आ सिस्टम देखना कल्ला आपां नूं। नंबरिंग वन तो आपां ध्यान रखनी है। हुण आ सिस्टम देखांगे, इदां कर लो, बना लो, ये एंगल थीटा सपोज किया। इधरे पासे फोर्सिस की होगी एक्स एक्सिस लॉन्ग, इधर टी है, एक बराबर होगी R1 या एक्स कह लो, एक्स बराबर होगी, ये फोर्स इन्हें बैलेंस करेगी। एक्स कि बराबर है जी R1 cos अल्फा। इस तो बाद जी आ फोर्स अलॉन्ग वाई एक्सिस देखांगे तो वाई इक्वल्स टू ये कि बराबर होगा, ये बराबर ये कितनी हैगी है टी साइन अल्फा, टी साइन थीटा, सॉरी ये टी साइन थीटा आ गया। हुण जे ध्यान दे विच होवे, जे समझ आ गया, जिन्होंने समझ आ गया हैगा उन्हां वास्ते है जी कि गलत करवाया है। जिन्होंने कोई डाउट है वो चंगी गल डाउट है, पर यह गलत है जी। इत्थे हुण इदां नहीं है कि जो लिखी जा रहा उही सही है, समझना ध्यान नाल की गलती की है इहदे विच। फोर्सां कितनियां ने, एक दो तीन फोर्सां ने। इहदे रिजल्ट पार्ट तो कर लिया आपां एक्स वाई, इहदे रिजल्ट पार्ट नहीं किते टी फोर्स है, इधरले पासे रिजल्ट पार्ट नहीं होगा टी कॉस अल्फा। जे आपां अलॉन्ग एक्स एक्सिस देख रहे हैं तो एक्स इक्वल टू इधरले पासे एक बराबर होगा जो फोर्स है इधरले पासे होगी, इधरले पासे एक टी आ, एक इहदी फोर्स भी आऊगी टी कॉस अल्फा, एक टी है एक टी कॉस कॉस थीटा, सॉरी ये बराबर होंगे। ये फोर्स इन्हें बैलेंस करेगी, ये फोर्स उपर बैलेंस करेगी, इदा होगा। तो ये आ गया अपने को जी, ते एक्स कितना हैगा अपने को, जब दिस इंप्लाइज देयरफॉर पढ़ ये हैगा R1 cos अल्फा बन गया T इंटू 1 प्लस cos थीटा, ते एंड R1 sin अल्फा बन गया T इंटू sin थीटा। ये आ गया। आप देखते हैं मूवमेंट लोड पैनी कि नहीं पैनी, मूवमेंट भी घट सकता, मूवमेंट वैसे फायदा नहीं होना कोई, जो समझ आ रहा होगा। जे मूवमेंट अबाउट ए कटांगे, सारिया फोर्सां ए उपर लग रही, सारा कुछ जीरो हो जाएगा, तो मूवमेंट का फायदा कोई नहीं होने दे विच। चलो ये आपको पता जी, इन्हूं मैं ही रखना जी, ये साइड ते रखा है, लोड पैनी, इन्हूं डिवाइड कर लिया आपस R1 साइन अल्फा उपर R1 cos अल्फा इज इक्वल टू टी साइन थीटा अपॉन T1 प्लस cos थीटा, टी कट गया, R1 कट गया, ये आ गया tan अल्फा इज इक्वल टू 2 साइन थीटा बाई 2 cos थीटा बाई 2 अपॉन 2 cos स्क्वायर थीटा बाई 2, ये आ गया tan थीटा बाई 2, देयरफॉर अल्फा कितना आ गया थीटा बाई 2, अल्फा थीटा बाई 2। प्रॉब्लम की है, खत्म करना अपने, तो खत्म किमें होगा ध्यान दो। इन इस तो बाद इन ट्रायंगल डी पॉइंट ले लो, इन ट्रायंगल ACD ध्यान दो, हार डिस्टेंस कितना होगा, बेसमेट्री लग रहा है जी, ये डिस्टेंस अद्धा होगा, बेस अपॉन हाइपोटेन्यूज cos थीटा होगा, तो cos थीटा कितना आ गया बेस अपॉन हाइपोटेन्यूज एक्स, एक्स कढ़िया है अपने कितना हैगा जी L माइनस सी बाई 2, ये कितना आ गया C अपॉन L माइनस सी, ये cos थीटा आ गया, देखो cos थीटा अपने को आ गया C अपॉन L माइनस सी। हूँ देखो देयरफॉर बाकी सॉल्व करना, बाकी 10th लेवल का काम है सारा, 10th +2 लेवल है।
therefore 1 becomes 1 की बन गया R1 W upon 2 sin अल्फा दिता है सी अल्फा की वैल्यू कितनी हैगी आ थीटा बाय 2 साइन थीटा बाय 2 खत्म करना कॉस थीटा पता आपां नूं आंसर थीटा नहीं आ रहा है कॉस थीटा की वैल्यू पता आपां नूं साइन थीटा बाय 2 की वैल्यू कढनी है आपां वो किवें आऊगा जिहड़ा साइन थीटा है ये हुंदा रूट ऑफ 1 प्लस 1 माइनस कॉस 2 थीटा बाय 2 ये वैल्यू होती है तो ये आ गया अपने को W अपॉन कॉस 2 थीटा इदा होना सी ये आ गया W बाय 2 अंडर ये बन गया 1 माइनस कॉस थीटा बाय 2 बन गया हुण कॉस थीटा वैल्यू पता तो आप इदा कन्वर्ट कर लो फिर अपना सारा आंसर आ जाऊगा जी ये बन गया जे ध्यान च आ रहा हो 2 अंदर ले जाओ 4 बन जाएगा 2 ना 2 कट गया ये बन गया 2 इंटू 1 माइनस कॉस थीटा C अपॉन L माइनस C C अपॉन L माइनस C बाकी सॉल्व करांगे जो आ गया आंसर ये आ जाऊगा अंडर 2 L माइनस 2C अपॉन L माइनस C ये आ जाएगा L माइनस C अपॉन 2 L माइनस 2C ये ऊपर लगे नाल की आ जाएगा W यही आप शो करना सी जो प्रैशर होगा ਜਾਂ रिएक्शन होगी वो ये बराबर होगी तो देखो कि नैक्सट क्वेश्चन होर करना आप इस तो बाद इदा के क्वेश्चन होर कराना सिमेट्री वाला वो मैं स्टेटमेंट पढ़ा स्टेटमेंट चेक कर लो 2 बार ईच ऑफ वेट W and length 2A are freely joined at a common extremity and rest symmetrically in contact with 2 pegs at a distance 2C apart in a same horizontal line so as to include an angle 2 alpha. Their extremities are connected by strings. Prove that tension in the string is this. ये प्रूव करने टेंशन जी है स्ट्रिंग च आ होगी चलो प्रूव तो करते हैं आप ये भी यही आ वो भी कंसैप्ट समझाने वास्ते है कि सिमेट्री बनेगी ये भी सिमेट्री देख के फिर आप एक रॉड का इक्विलिब्रियम देख के फिर आप सॉल्व करांगे कंसैप्ट तो सारा वही है जी बाकी कैलकुलेशन जो फर्क है कैलकुलेशन के सिंपल 10th या +2 लैवल के कंसैप्ट ने जी ये भी कंसैप्ट एक सेम ही है जो मैं डायग्राम बना रहा देखो 2 बार होंदियां ने मोटियां रॉड्स जे बीम किया सी बीम ज़्यादा मोटा होंदा बार उस तो घट मोटा होंदा तो बार हो गई मतलब रॉड्स यूनीफॉर्म रॉड्स ने दोनों वेट बराबर आ ते दोहां दी लेंथ बराबर आ तो देखो आर फ्रीली ज्वाइंट एट कॉमन एक्सट्रीमिटी कॉमन एंड पॉइंट के ज्वाइंट किए हुए दोनों तो बना रहे हैं देखो कहा नहीं पहला किया सीगा जी लास्ट लेक्चर क्वेश्चन पर यह हॉरिजॉन्टल प्लेन के उपर नहीं पे है कितने पे इन्होंने देखना अपने ये लेंथ जी हैगी 2A हैगी दोनों की ये भी 2A लेंथ इन्होंने वेट दोनों बराबर आ सेंटर से एक्ट करेगा यदा वेट भी सेंटर से एक्ट करेगा ये दिता है ये होर की दिता है उन्होंने ये 2 पैग उपर नहीं जो मेखा गई सी अपने ये 2 पैग के उपर रेस्ट कर रहे हैं तो गल समझ आ गई होवे एक आ पैग ये पैग निचले पासे होंगे तो ही फायदा ना जे मतलब कि मेखा लगिया हुई ने ये उपर रॉड रखांगे तो ही रॉड खड़ेगी जो नीचे रॉड रखांगे मेखा फायदा कोई रॉड तो नीचे गिर जाएगी चलो आ पैग ने इन्हों का जो डिस्टेंस हैगा जी
ਇਹ 2C ਹੈ, ਆਹ ਡਿਸਟੈਂਸ 2C ਪੈਗ ਦਾ, ਅਤੇ ਦੇਅਰ ਐਕਸਟ੍ਰੀਮਿਟੀਜ਼ ਫੋਕਲ ਕੀ ਕੀਤੀ ਹੋਈ ਹੈ ਇਹਨਾਂ ਨੇ ਕਿ ਜ਼ਿਆਦਾ ਨਾ ਖੁੱਲਣ ਰੋਡ ਜ਼ਿਆਦਾ ਨਾ ਖੁੱਲਣ। ਜਿਹੜੇ ਦੂਜੇ ਐਕਸਟ੍ਰੀਮਿਟੀ ਨੇ ਇਹਦੇ ਉੱਪਰ ਦੋਨਾਂ ਨੂੰ ਧਾਗੇ ਨਾਲ ਬੰਨਿਆ ਹੋਇਆ, ਜਿਵੇਂ ABC, ਇਹ ਧਾਗਾ ਸਟ੍ਰਿੰਗ, ਇਹ ਧਾਗੇ ਨਾਲ ਬੰਨਿਆ ਐਕਸਟ੍ਰੀਮਿਟੀ ਦੋਨੇ, ਤੇ ਉਹ ਸਾਰੀ ਸਿਮੈਟਰੀ ਹੈ ਇਹਦੇ ਵਿੱਚ। ਇਸ ਤੋਂ ਬਾਅਦ ਪ੍ਰੂਵ ਕਰਨਾ ਕਿ ਜੋ ਟੈਂਸ਼ਨ ਹੋਊਗੀ ਸਟ੍ਰਿੰਗ ਦੇ ਵਿੱਚ ਉਹ ਇਹਦੇ ਬਰਾਬਰ ਹੋਊਗੀ, ਇਹ ਸ਼ੋਅ ਕਰਨਾ। ਚਲੋ ਇੱਕ ਨਵਾਂ ਕਨਸੈਪਟ ਇਹਦੇ ਵਿੱਚ ਆ ਰਿਹਾ ਹੈਗਾ, ਉਹ ਹੈਗਾ ਕਿ ਕਿਸੇ ਪੁਆਇੰਟ ਦੇ ਉੱਪਰ ਜਾਂ ਕਿਸੇ ਪੁਆਇੰਟ ਦੇ ਉੱਪਰ ਰੋਡ ਪਈ ਹੋਵੇ, ਉਹਦੀ ਰਿਐਕਸ਼ਨ ਕਿੱਦਾਂ ਬਣਾਉਣੀ ਆ। ਉਹ ਰਿਐਕਸ਼ਨ ਬਣਾਉਣੀ ਹੈਗੀ ਆ ਰੋਡ ਦੇ ਪਰਪੈਂਡੀਕੂਲਰ। ਇਹ ਨਵਾਂ ਕਨਸੈਪਟ ਹੈ ਜੀ, ਰੋਡ ਦੇ ਪਰਪੈਂਡੀਕੂਲਰ ਬਣਾਉਣੀ ਆ, ਰੋਡ ਦੇ ਪਰਪੈਂਡੀਕੂਲਰ ਬਣਾਉਣੀ ਹੈਗੀ, ਇਹ 'ਚ ਨਵਾਂ ਕਨਸੈਪਟ ਹੈ। ਸੋ ਦੇਖੋ ਸਾਰੀ ਫੋਰਸ ਸਪਲਾਈ ਬਣਾਉਂਦੇ ਆ ਆਪਾਂ। ਇਹ ਰੋਡ ਕੀ ਕਰੇਗੀ, ਜੇ ਇੱਥੇ ਸਟ੍ਰਿੰਗ ਦੇ ਪਈ ਹੈਗੇ ਨੇ ਦੋਨੇ, ਤਾਂ ਇਦਾਂ ਇਹਦੇ ਉੱਪਰ ਪੈਣੇ ਦੋਨੇ, ਤਾਂ ਭਾਰ ਕਰਕੇ ਖੁੱਲਣਗੇ, ਇਦਾਂ ਖੁੱਲੂਗਾ ਇਹ ਭਾਰ, ਜੋ ਭਾਰ ਕਰਕੇ ਨੀਚੇ ਆਊਗਾ ਤੇ ਰੋਡ ਦੇ ਮੂੰਹ ਖੁੱਲਣਗੇ। ਸਮਝਾ ਰਿਹਾ ਹੋਊਗਾ। ਜੇ ਆਹ ਸਿਰਾ ਨੀਚੇ ਆਊਗਾ ਰੋਡ ਟੇਢੀ ਹੋਊਗੀ ਥੋੜੀ ਜਿਹੀ, ਤਾਂ ਜਿਵੇਂ ਆਹ ਰੋਡ, ਜੇ ਮੂਰਲਾ ਸਿਰਾ ਨੀਚੇ ਆਊਗਾ ਤਾਂ ਰੋਡ ਟੇਢੀ ਹੋਊਗੀ। ਟੇਢੀ ਮਤਲਬ ਕਿ ਆਹ ਪੁਆਇੰਟ ਅੱਗੇ ਮੂਵ ਕਰੇਗਾ, ਜੇ ਪੁਆਇੰਟ ਇੱਧਰ ਮੂਵ ਕਰੇਗਾ ਸਟ੍ਰਿੰਗ ਨੇ ਫੜਿਆ ਹੈ। ਆਪਾਂ ਇਹ ਗੱਲ ਚੈੱਕ ਕਰਨੀ ਕਿ ਜ਼ੋਰ ਕਿੱਧਰਲੇ ਪਾਸੇ ਪਿਆ ਸਟ੍ਰਿੰਗ ਦਾ। ਵੈਸੇ ਸਟ੍ਰਿੰਗ ਜੇ ਆ ਗਈ ਨਾ, ਇਹ ਗੱਲ ਯਾਦ ਰੱਖਿਆ ਕਰੋ ਹਮੇਸ਼ਾ, ਸਟ੍ਰਿੰਗ ਹਮੇਸ਼ਾ ਸਟ੍ਰੈਚ ਹੁੰਦੀ ਹੈ, ਇਹ ਸਟ੍ਰੈਚ ਹੋਊਗੀ ਦੋਨੇ ਪਾਸੇ। ਜੇ ਸਟ੍ਰੈਚ ਹੋਊਗੀ ਤਾਂ ਇਨਬਿਲਡ ਫੋਰਸ ਹੋਊਗੀ। ਇਨਬਿਲਡ ਫੋਰਸ ਕਿਹੜੀ ਆਊਗੀ, ਟੈਂਸ਼ਨ ਆਊਗੀ, ਇੱਧਰ ਟੈਂਸ਼ਨ ਆਊਗੀ। ਇਹ ਨੂੰ ਇੱਧਰ ਖਿੱਚ ਰਿਹਾ, ਇਹ ਨੂੰ ਉੱਧਰ ਖਿੱਚ ਰਿਹਾ, ਤਾਂ ਇਨਬਿਲਡ ਫੋਰਸ ਟੈਂਸ਼ਨ ਆਉਣਗੀਆਂ। ਸਟ੍ਰਿੰਗ ਸੇਮ ਆ, ਟੈਂਸ਼ਨ ਕੀ ਹੋਊਗੀ, ਸੇਮ ਹੋਊਗੀ। ਪੈਗ ਨੇ, ਪੈਗ ਦੇ ਉੱਪਰ ਕੀ ਬਣਾਉਣੀ ਆ ਆਪਾਂ, ਰਿਐਕਸ਼ਨ। ਇਹ ਰਿਐਕਸ਼ਨ ਹੈ R1 ਲੈਣੀ, R ਲੈਣੀ, ਚਲੋ ਇਹ ਵੀ ਰਿਐਕਸ਼ਨ R ਲੈਣੀ। ਇਹ ਕੀ ਹੋਊਗੀ, ਪਰਪੈਂਡੀਕੂਲਰ ਹੋਊਗੀ ਇਹਦੇ ਉੱਪਰ ਰੋਡ ਦੇ। ਇਹ ਨਵੀਂ ਚੀਜ਼ ਹੈ ਜੀ, ਨਵਾਂ ਕੰਸੈਪਟ ਆਇਆ। ਆਹ ਫੋਰਸਾਂ ਹੋ ਗਈਆਂ, ਇੱਕ ਦੋਨੇ ਇੱਥੇ ਜੁਆਇੰਟ ਨੇ, ਇਹਦਾ ਜ਼ੋਰ ਇਹਦੇ ਉੱਪਰ ਪਏਗਾ, ਇਹਦਾ ਜ਼ੋਰ ਇਹਦੇ ਉੱਪਰ ਪਊਗਾ, ਜਿਵੇਂ ਪਹਿਲਾਂ ਕਰਦੇ ਆ ਰਹੇ ਹਾਂ ਆਪਾਂ। ਇਹਦੀ ਰਿਐਕਸ਼ਨ ਜਿਹੜੀ ਹੈਗੀ ਆ ਉਹ R1 ਲੈਣੀ, ਇਹਦਾ ਜ਼ੋਰ ਇਹਦੇ ਉੱਪਰ ਪੈ ਰਿਹਾ, ਐਕਸ਼ਨ ਹੋ ਰਿਹਾ, ਤਾਂ ਰਿਐਕਸ਼ਨ ਕਰੋਗੇ ਦੂਜੇ ਪਾਸੇ, ਤੇ ਆਹ ਰਿਐਕਸ਼ਨ ਜਿਹੜੀ ਹੈਗੀ ਆ ਇਕੁਅਲ ਐਂਡ ਆਪੋਜ਼ਿਟ ਹੋਊਗੀ, ਬਾਈ ਸਿਮੈਟਰੀ ਲੱਗ ਰਿਹਾ ਦੇਖ ਕੇ। ਤੇ R1 ਕਿਹੜੀ ਰਿਐਕਸ਼ਨ ਹੈਗੀ ਆ, ਜੋ AB ਨੇ ਐਕਸ਼ਨ AC ਉੱਪਰ ਕੀਤਾ, AB ਦਾ ਜ਼ੋਰ AC ਉੱਪਰ ਪੈ ਰਿਹਾ, ਉਹਦੀ ਰਿਐਕਸ਼ਨ ਹੈ। ਤੇ ਇਹ ਹੋ ਗਿਆ, ਇਹ ਵੀ ਇਕੁਅਲ ਐਂਡ ਆਪੋਜ਼ਿਟ ਹੋਣਗੀਆਂ। ਹੁਣ ਪਹਿਲਾਂ ਇਹਦੇ ਵਿੱਚੋਂ ਆਪਾਂ XY ਕੱਢਣਾ, ਪੂਰੇ ਸਿਸਟਮ ਚੋਂ XY ਕੱਢ ਲੈਣਾ ਹੁੰਦਾ। ਉਸ ਤੋਂ ਬਾਅਦ ਫਿਰ ਇਕੱਲਾ ਇੱਕ ਰੋਡ ਦਾ ਸਿਸਟਮ ਦੇਖ ਕੇ ਫਿਰ ਆਪਾਂ ਬਾਕੀ ਸੋਲਵ ਕਰਨਾ ਹੁੰਦਾ, ਇਹ ਪਿੱਛੇ ਕਰਦੇ ਆ ਰਹੇ। ਬਾਕੀ ਸਾਰਾ ਉਹੀ ਪੁਰਾਣਾ ਕੰਮ ਹੀ ਆ, ਸੋ ਕਰਦੇ ਹਾਂ ਫਟਾਫਟ। ਆਪਾਂ ਪੂਰੇ ਸਿਸਟਮ ਦਾ ਦੇਖਾਂਗੇ, ਆਪਾਂ ਆਹ ਨਹੀਂ ਲਵਾਂਗੇ, ਦੋ ਬਾਈ ਸਿਮੈਟਰੀ ਇਹ ਕੈਂਸਲ ਹੋ ਜਾਣਗੀਆਂ ਆਪਸ 'ਚ, ਆਹ ਨਹੀਂ ਲੈਣੀ ਆ, ਇਹ ਵੀ ਕੈਂਸਲ ਹੋ ਜਾਣਗੀਆਂ। ਹੋਰ ਕੀ ਰਹਿ ਗਿਆ ਫਿਰ ਇਕੱਲਾ ਆਹ, ਹੁਣ ਇੱਧਰਲੇ ਪਾਸੇ ਉੱਪਰ, ਆਹ ਇੱਧਰਲੇ ਪਾਸੇ, ਇਹ ਕੈਂਸਲ ਨਹੀਂ ਹੋਣਗੇ ਜੀ। ਤਾਂ ਇੱਕ ਚੀਜ਼ ਹੋਰ ਗਿਵਨ ਸੀ ਆਪਾਂ ਨੂੰ, ਇਹ ਐਂਗਲ 2α। ਸਿਮੈਟਰੀ ਦੇਖ ਕੇ ਪਹਿਲਾਂ ਵੀ ਕੱਲ ਵੀ ਪ੍ਰੂਵ ਕੀਤਾ ਸੀ ਆਪਾਂ ਨੇ। ਇੱਥੋਂ ਪਰਪੈਂਡੀਕੂਲਰ ਡਰਾ ਕਰ ਦੋ, ਤਾਂ ਆਹ ਵੱਡਾ ਟਰਾਇੰਗਲ ਤੇ ਆਹ ਟਰਾਇੰਗਲ ਦੋਨੇ ਕੰਗਰੂਐਂਟ ਹੋਣਗੇ, ਤਾਂ ਦੋਨੇ ਐਂਗਲ ਸੇਮ ਹੋਣਗੇ, ਤਾਂ ਦੋਨੇ ਐਂਗਲ ਅਲਫਾ ਅਲਫਾ ਹੋਣਗੇ। ਲਾਸਟ ਲੈਕਚਰ ਵਿੱਚ ਵੀ ਆਪਾਂ ਕੀਤਾ ਸੀ, ਕੋਈ ਲੈਂਥ ਬਰਾਬਰ ਨੇ ਨਾ ਦੋਹਾਂ ਦੀਆਂ। ਉਹ 'ਚ ਆਇਆ ਸੀ ਆਈਸੋਸੈਲਸ ਟਰਾਇੰਗਲ, ਇਹ ਆਈਸੋਸੈਲਸ ਦੋਨੇ ਸਾਈਡਾਂ ਬਰਾਬਰ ਨੇ, ਇਹ ਪਰਪੈਂਡੀਕੂਲਰ ਕਰਾਂਗੇ, ਮਿਡ ਪੁਆਇੰਟ ਵੀ ਹੋਊਗਾ ਜੀ। ਸੋ ਜੇ ਇਹ ਐਂਗਲ ਅਲਫਾ, ਇਹਨੂੰ ਇਦਾਂ ਜੁਆਇੰਟ ਕਰ ਲਿਆ, ਇਦਾਂ ਵਧਾ ਲਿਆ, ਚਲੋ ਇਹ ਕੰਪੋਨੈਂਟ ਕੱਢਦੇ ਹਾਂ ਆਪਾਂ ਕਿੰਨਾ ਹੋਊਗਾ। ਚਲੋ ਲੈਂਥ 2a ਹੈਗੀ ਹੈ ਜੀ, ਇਹ ਲੈਂਥ 2a ਆ। ਇਹ ਕੰਪੋਨੈਂਟ ਆਪਾਂ ਲੱਭਣਾ ਕਿ ਇਹ ਕੰਪੋਨੈਂਟ ਕਿੰਨਾ ਹੋਊਗਾ। ਐਂਗਲ ਜਾਂ ਤਾਂ ਸਪੋਜ਼ ਕਰ ਲਈ ਆਪਾਂ, ਫਿਰ ਕੰਪੋਨੈਂਟ ਨਿਕਲ ਜਾਊਗਾ, ਆ ਵੀ ਨਿਕਲ ਜਾਏਗਾ, ਆ ਵੀ ਨਿਕਲ ਜਾਏਗਾ। ਜਾਂ ਐਂਗਲ ਸਪੋਜ਼ ਕਰਨ ਦੀ ਬਜਾਏ ਐਂਗਲ ਕੱਢ ਹੀ ਲੈਂਦੇ ਆਪਾਂ, ਇਹ ਅਲਫਾ, ਤਾਂ ਆਹ ਕਿੰਨਾ ਹੋਊਗਾ ਐਂਗਲ, ਜੇ ਕਿਸੇ ਨੂੰ ਧਿਆਨ ਦੇ ਵਿੱਚ ਹੋਵੇ। ਜੋ ਦੋ ਲਾਈਨ ਦੇ ਵਿੱਚ ਐਂਗਲ ਹੈ ਉਹੀ ਸੇਮ ਐਂਗਲ ਉਹਨਾਂ ਦੇ ਪਰਪੈਂਡੀਕੂਲਰ ਦੇ ਵਿੱਚ ਹੁੰਦਾ। ਜੋ ਦੋ ਲਾਈਨ ਦੇ ਵਿੱਚ ਐਂਗਲ ਹੈ ਉਹੀ ਐਂਗਲ ਉਹਨਾਂ ਦੇ ਪਰਪੈਂਡੀਕੂਲਰ ਦੇ ਵਿੱਚ ਹੋਊਗਾ।
आ लाइन ਇਹਦੇ परपेंडिकुलर देखो ਤੇ ਆਹ ਲਾਈਨ ਇਹਦੇ परपेंडिकुलर, जो दो लाइन ਦੇ ਵਿੱਚ एंगल ਆ ਉਹ ਉਹਨਾਂ ਦੇ परपेंडिकुलर ਦੇ ਵਿੱਚ एंगल ਹੋਊਗਾ, ਇਹ ਵੀ ਪੱਕਾ अल्फा ਹੋਊਗਾ। ਇੱਕ ਉੱਪਰਲੇ ਪਾਸੇ ਪਾर्ट ਲੈ ਲਿਆ ਆਪਾਂ ਇਦਾਂ, ਤਾਂ ਆ ਕੀ ਹੋਊਗਾ r cos अल्फा, ਉੱਪਰਲਾ ਕੀ ਹੋਊਗਾ r sin अल्फा, बिल्कुल सेम ये भी इदां ही कर लिया, ये अल्फा होगा, ये r cos अल्फा, ये भी r sin अल्फा। हुण पूरा देखते हैं आप एक्स वाई कट के, ये लोड नहीं पैनी। तो इदा फोर्स देखिए आप एक्स एक्सी लॉन्ग, ये की आऊगा r cos अल्फा, ये किहदे बराबर होगी, किहदे बराबर तां ही बैलेंस होगा r cos अल्फा, इसका फायदा कोई नहीं, तो बराबर ही होंगे। हुण उपर देखिए फोर्स उपर की ने r sin अल्फा, r sin अल्फा, नीचे फोर्सेस की ने w w, इतों आ गया 2r sin अल्फा इज इक्वल टू 2w, तो इतों आ गया r sin अल्फा इज इक्वल टू w, ये चीज आ गई अपनी, ये बराबर हो गए दोनों। ये पूरे सिस्टम चो लिया आपने, पूरे सिस्टम के आ बन गया। हुण आपां एक रॉड का सिस्टम अलग देखांगे, इक्विलिब्रियम आपां अलग देखांगे। तो देखो एक होर गल दसनी सी रह गई, जिहड़े पैग ने सेंटर तो उपर भी लै सकते हो, पता नहीं ना पैग कित्थे बनाने, सेंटर तो नीचे भी लै सकते हो, जिस तरह मर्जी बना लो, आंसर सेम ही हो। हुण एक रॉड का सिस्टम देखने वास्ते फोर्सां बहुत ज़्यादा ने, ये मैं डायग्राम दोबारा बना रहा, एक फोर्स का आपां देखांगे, एक रॉड का सिस्टम देखांगे। एक रॉड का सिस्टम क्यों देखना वो पता होगा जी, टेंशन दोनों कैंसल होणगियां हमेशा, टेंशन नहीं निकलनी, टेंशन ही आपां कड्ढनी है। तो डायग्राम दोबारा बनाई जी, ए बी सी लिया है अपने सारों में, ए परपेंडिकुलर है जी, इनू अपने अल्फा लिया है एंगल। हुण एदा एक्शन होगा, ये रॉड करके देखना आप की हो रहा, एदा एक्शन होगा तो रिएक्शन बनेगा, और रिएक्शन हो तो फोर्स आ गई R1, एदा उवें एक्स एक्सिस होगा, एक एक्स कॉम्पोनेंट एक वाई कॉम्पोनेंट होंगे। चलो ये लोड नहीं पैनी खास ही अपन, बिकॉज रिएक्शन नहीं करनी, अपन टेंशन करनी है। एक रॉड करके खिंच पाएगी, कली टेंशन आ होगी, ये रॉड उधर खिंच रही है, तो ये टेंशन इस रॉड करके आ रही है, नहीं लेनी। जो फोर्सा इस रॉड करके आ रही सिर्फ वो लेनिया ने, यदा भार पै रहा रिएक्शन भी होगी, वो आर मनी हुई है। ये आप शो किया हुणी कि ये एंगल अल्फा होगा, ये शो किया एक आ फोर्स वेट हो गया रॉड करके, एक रिएक्शन हो गई, आ फोर्स आने। हुण पहला एक्स वाई वाला कंसैप्ट लगा लीए, एक्स वाई वाला कंसैप्ट लाया अपने, इत्थों आ रहा हैगा सीधा ले लेने आप एक्स इक्वल्स टू ए वाला कॉम्पोनेंट, ये दोनों सेम ने, इक्को डायरेक्शन ने, एक्स प्लस आर साइन अल्फा कॉस अल्फा, सॉरी ध्यान च रखना जी, एक्स प्लस आर कॉस, ये भी इधर ही है, ये भी इधर, कोई हो रहेगा दूजे पासे जिहदे बराबर रखना अपने, उधर पासे कोई फोर्स ही नहीं है, देखो तो इक्वल टू 0, तो इतों कितना आ गया एक्स इक्वल टू माइनस आर कॉस अल्फा। हुण नीचे वाला देखो, नीचे किहड़े ने कला W प्लस वाई, उपर किहड़ा उपर की है कला ये वाला आर साइन अल्फा, नीचे आ दोनों सी वाई प्लस W हो गया, उपरले पासे बैलेंस करेगा, ये आऊगा
आर साइन अल्फा। हुण आर साइन अल्फा किहदे बराबर आ जी डबल्यू दे, तो वाई कितना हो गया इत्थों 0। चलो एक्स वाई 0 आ गया, जो खास लोड़ नहीं पैनी यदि। जो देखो ध्यान हुण ए एंगल अल्फा, ये भी आप एंगल अल्फा क्या है, जे ए एंगल अल्फा इनू पिछे प्रोड्यूस कर लिया, मूवमेंट कट रहे हैं तो पिछे प्रोड्यूस किया जी। हुण मूवमेंट अबाउट ए कट रहे हैं, जिहड़ा R1 हैगा विचों निकल रहा 0 हो जाएगा। हुण किहड़ी फोर्स आ, ये R1 तो 0 है, डबल्यू फोर्स लै लो, डबल्यू ये एंटी क्लॉकवाइज बनेगा, पॉजिटिव आऊगा आंसर। ए हुण ध्यान दिओ, मैं इत्थे पाई दिना कन्फ्यूज ना हो जिओ, ए बी सी इनू डी पा लाने पॉइंट, इनू ई पा लाने। जे यही एंगल अल्फा तो ये एंगल भी अल्फा होगा सारा, ऑल्टरनेट एंगल्स Z बनता। लभनी की है परपेंडिकुलर, तो परपेंडिकुलर की आऊगी अपने को सीधा लिखना, चलो मैं लिख देना पहला W इंटू ए, ये कढ़ लवांगे बाद चो। जो सीधी समझ आ रही हैगी या पूरा डिस्टेंस कितना अपने को 2a, अद्धा AD कितना होगा A होगा, तो सीधा कह सकते हैं कि A साइन अल्फा। जो कटांगे आप फिर लग जू पता। हुण अगे गल इंपॉर्टेंट है जी, -R जा तो सिंगल फोर्स देखांगे या दो कंपोनेंट देख, एक चीज देखनी ये मर्जी है अपनी। मैं सिंगल फोर्स दे रहा, काम सौखा हो जाएगा, काम सौखा कहाँ हो जाएगा बिकॉज ए तो परपेंडिकुलर ड्रॉ करना, ए एंगल 90 कहा आपने 90 है, तब ए परपेंडिकुलर ही हो गया, इनू ई पॉइंट मान लो, एफ ले लो सॉरी, ई तो आप मन्निया है, ये परपेंडिकुलर ही है। जा सिंगल फोर्स लोगे, जो सिंगल फोर्स ले लोगे या दो कंपोनेंट्स लोगे, एक चीज लेनी है, ये रिजल्टेंट है। ਜਿਹੜੇ ਕੰਪੋਨੈਂਟਸ ਨੇ ਆ ਦੋ, ਇਹ ਪਹਿਲਾਂ ਬਹੁਤ ਵਾਰੀ ਗੱਲ ਕਰ ਚੁੱਕੇ ਆਪਾਂ, ਤਾਂ ਇਹ R ਇੰਟੂ AF ਹੋਊਗਾ, R ਇੰਟੂ AF। ਡਾਇਰੈਕਸ਼ਨ ਕਲੌਕਵਾਈਜ਼, ਇਹ ਮੂਵਮੈਂਟ ਕਿੰਨਾ ਹੋਊਗਾ ਪੱਕਾ 0। ਹੁਣ ਇਹ ਕੱਢ ਲੈਣੇ ਆਪਾਂ ਫਟਾਫਟ ਕਿ ਕਿੰਨੇ ਕਿੰਨੇ ਆਉਣਗੇ। ਇੱਕ ਹੋਰ ਰਹਿ ਗਿਆ ਸੱਚ, ਜਿਹੜਾ ਮੇਨ ਸੀ ਉੱਤਰ ਰਹਿ ਗਿਆ। ਆਹ ਫੋਰਸ ਨਾਲ ਹੀ ਆਹ ਫੋਰਸ ਆ ਟੈਂਸ਼ਨ ਰਹਿ ਗਈ, ਇਹਦਾ मूवमेंट अबाउट कटिया, इनू G मान लो, ये आऊगा टेंशन T इंटू AG। तो डायरेक्शन की यदि एंटी क्लॉकवाइज, एंटी क्लॉकवाइज की होगा अपने को पॉजिटिव, ये कितना आ गया 0 आ गया। टेंशन कटनी है, तो पहला आप ए ई कट लेने, ए ई कितना होगा जी, ये डिस्टेंस कितना, ध्यान दो जिहड़ा आह डिस्टेंस आ ओवरऑल ये ए है, जब मैं लिखदा ना ए होगा, ये एंगल अल्फा परपेंडिकुलर, ये बनेगा AD साइन अल्फा। परपेंडिकुलर पर हाइपोटेन्यूज साइन अल्फा हुंदा हैगा, ते AD कितना हैगा A साइन अल्फा आ गया। अगे AF डिस्टेंस नहीं पता अपन कितना होगा, वो किवें कड्डांगे, समिट देख के लग रहा कि ये डिस्टेंस C होगा, वो निकल जाएगा। ये ट्राइंगल लावांगे छोटा जा, परपेंडिकुलर पता अपन, ध्यान दइए हाइपोटेन्यूज करना अपन, परपेंडिकुलर पता हाइपोटेन्यूज करना, हाइपोटेन्यूज अपॉन परपेंडिकुलर की होता कोसिकेंट, तो ये बनेगा C कोसिकेंट अल्फा AF। सीधे लिख सकते हैं, पर गलत नहीं होगा जी। हुण रह गया अपना AG लवांगे बड़े ट्राइंगल चो, ये एंगल अल्फा, ये परपेंडिकुलर हो गया, बेस हो गया, बेस अपना अपने हाइपोटेन्यूज सारी पता अपन कितनी है 2a, तो बेस अपॉन हाइपोटेन्यूज की बन गया अपने को AG कॉस, तो ये बन गया 2a कॉस अल्फा। ये सारी वैल्यू भर देवांगे आप, आ भी पता अपन नंबरिंग 1 पा ली जी। चलो ठीक है, ये लोड़ नहीं हैगी अपन। तो ये बन गया देयरफॉर 0 आ गया पहला, W इंटू AE, A साइन अल्फा माइनस R इंटू AF, C कोसिकेंट अल्फा प्लस T इंटू AG, 2a कॉस अल्फा इक्वल टू 0। आ चीज़ आ गई। कटनी आप टेंशन इन टर्म्स ऑफ वेट,
इन टर्म्स ऑफ वेट कढ़नी है तो आर की वैल्यू भर दो। तो इतों आ गया डबल्यू ए साइन अल्फा, आर नहीं चाहिए अपन, आर कितना होगा डबल्यू अपॉन साइन अल्फा यूजिंग 1 सी कोसेकेंट अल्फा प्लस टी 2a cos अल्फा इक्वल टू 0 ए यूजिंग 1। बाकी ये सॉल्व करना आप ही, जो टी कढ़ना आप ही आंसर आ जाएगा जी। तो आ गया अपने को टी 2a cos अल्फा इज इक्वल टू उधर ले गए डबल्यू सी अपॉन साइन स्केयर अल्फा, जो समझ आ गया होगा कोसेकेंट 1 अपॉन साइन, साइन स्केयर बन गया माइनस डबल्यू ए साइन अल्फा। ये चक के नीचे ले जाओ तो टी कितना हो गया डबल्यू सी अपॉन 2a साइन स्केयर अल्फा कॉस अल्फा माइनस डबल्यू ए साइन अल्फा बटा 2a कॉस अल्फा डिवाइड करता। इहदा एलसीएम ले लो। बाकी सिंपल कैलकुलेशन करनी है अपन 10th लैवल की, वो आप ही आंसर बन जूगा जी। ये एलसीएम ले लो कितना होगा, ये एलसीएम आ गया जी 2a साइन स्केयर अल्फा कॉस अल्फा, ये बन गया। चलो जो प्रूव करना वो देख लेने आप। प्रूव दे विच किता कि उन्होंने इतना डबल्यू बार कटने वास्ते क्या उन्होंने देख लियो, ये कटना आपाने 2 साइन स्केयर अल्फा कॉस अल्फा, ये चीज़ बाहर कटनी है जो आप प्रूव करना। की बच गया पिछे सी अपॉन ए, ये कला सी अपॉन ए आ गया, इधर ये बाहर निकल गया जी, तो ऊपर आ जाएगा कला साइन क्यू। बाकी चेक कर लियो, कॉमन कट गया, चीज बन गई अपने को। ये बन गया W/2 कॉस का होंगे सीकेंट, साइन का हो गया उल्टा कोसेकेंट स्क्वायर अल्फा, सी अपॉन ए माइनस साइन क्यूब अल्फा। ये अपना आंसर। बाकी सॉल्व भी किया जी, जो आ गया आंसर। चलो ठीक है, लास्ट लैक्चर सी अपना जी, ये सारी एक्सरसाइज कंप्लीट कर लियो जी। कोई डाउट हो जाए पूछ लियो। अगे नैक्सट लैक्चर में आप फ्रिक्शन चैप्टर शुरू करांगे जी, वो भी कोई सिंपल पुराने कंसैप्ट ने सारे जी। तो बाकी नैक्सट लैक्चर में काम करांगे जी। थैंक यू।